ਆਪ ਜੀ ਦਾ ਇਸ ਵੀਡੀਓ ਵਿੱਚ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਉਡਾਨ ਨਾਲ ਸੰਬੰਧਿਤ 9ਵੀਂ ਅਤੇ 10ਵੀਂ ਦੀਆਂ ਸ਼ੀਟਾਂ 'ਤੇ ਆਧਾਰਿਤ ਮੌਕ ਟੈਸਟ। ਇਹ ਮੌਕ ਟੈਸਟ NTSC ਅਤੇ PSTSC ਦੀ ਤਿਆਰੀ ਲਈ ਬਣਾਇਆ ਗਿਆ ਹੈ। ਇਸ ਵਿੱਚ 40 ਪ੍ਰਸ਼ਨ ਹੋਣਗੇ ਅਤੇ ਤੁਸੀਂ ਆਪਣੀਆਂ ਕਾਪੀਆਂ 'ਤੇ ਉਹਨਾਂ ਦੇ ਉੱਤਰ ਲਿਖਣੇ ਹਨ। ਸੋ 40 ਪ੍ਰਸ਼ਨਾਂ ਦੇ ਉੱਤਰ ਤੁਸੀਂ ਕਾਪੀਆਂ 'ਤੇ ਲਿਖਣੇ ਹਨ ਅਤੇ ਵੀਡੀਓ ਦੇ ਦੂਸਰੇ ਭਾਗ ਵਿੱਚ ਦਿੱਤੇ ਉੱਤਰਾਂ ਨਾਲ ਆਪਣੇ ਉੱਤਰ ਮਿਲਾਉਣੇ ਹਨ ਅਤੇ ਸਾਨੂੰ ਕਮੈਂਟ ਬਾਕਸ ਵਿੱਚ ਜਾ ਕੇ ਦੱਸਣਾ ਹੈ ਕਿ ਤੁਸੀਂ 40 ਵਿੱਚੋਂ ਕਿੰਨੇ ਅੰਕ ਪ੍ਰਾਪਤ ਕੀਤੇ। ਸੋ ਆਓ ਕਰਦੇ ਹਾਂ ਉਡਾਨ ਨਾਲ ਸੰਬੰਧਿਤ ਮੌਕ ਟੈਸਟ। ਪ੍ਰਸ਼ਨ 242ਵਾਂ, ਨਿਮਨਲਿਖਤ ਵਿੱਚੋਂ ਕਿਹੜੇ ਰਾਜ ਵਿੱਚ ਵੂਲਰ ਝੀਲ ਸਥਿਤ ਹੈ? ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ। ਹੁਣ ਅਗਲੇ ਪ੍ਰਸ਼ਨ 'ਤੇ ਚੱਲੀਏ। ਹੇਠ ਲਿਖਿਆਂ ਵਿੱਚੋਂ ਕਿਹੜਾ ਬਨਾਵਟੀ ਰੇਸ਼ਾ ਹੈ? ਕਪਾਹ, ਉੱਨ, ਰੇਸ਼ਮ ਜਾਂ ਨਾਇਲੌਨ। ਅਗਲਾ ਪ੍ਰਸ਼ਨ, ਬੋਨ ਟੀਬੀਆ ਮਨੁੱਖੀ ਸਰੀਰ ਵਿੱਚ ਕਿੱਥੇ ਹੈ? ਖੋਪੜੀ, ਲੱਤ, ਬਾਂਹ ਜਾਂ ਮੂੰਹ। ਹੁਣ 245ਵੇਂ ਪ੍ਰਸ਼ਨ 'ਤੇ ਚੱਲਦੇ ਹਾਂ। ਕੋਣ X ਦਾ ਮੁੱਲ ਪਤਾ ਕਰੋ। ਸੋ ਜਿੱਦਾਂ ਕਿ ਤੁਸੀਂ ਇਸ ਫਿਗਰ ਵਿੱਚ ਦੇਖ ਪਾ ਰਹੇ ਹੋ ਕਿ ਉੱਪਰਲਾ ਐਂਗਲ ਸ਼ਾਇਦ ਸਾਫ਼ ਨਹੀਂ ਦਿਖ ਪਾ ਰਿਹਾ, ਇਹ 55 ਡਿਗਰੀ ਦਾ ਹੈ। ਸੋ ਤੁਸੀਂ ਟਰਾਇੰਗਲ ਦੇ ਹੇਠਾਂ ਵਾਲੇ ਪਾਸੇ ਦੇਖ ਸਕਦੇ ਹੋ ਕਿ ਉੱਥੇ ਲਿਖਿਆ ਹੋਇਆ ਹੈ ਕਿ X ਐਂਗਲ ਕਿੰਨੇ ਡਿਗਰੀ ਦਾ ਹੈ। ਸੋ ਇਹਨਾਂ ਆਪਸ਼ਨ ਵਿੱਚੋਂ ਦੱਸਣਾ ਹੈ 100 ਡਿਗਰੀ, 110 ਡਿਗਰੀ, 55 ਡਿਗਰੀ ਜਾਂ 305 ਡਿਗਰੀ। ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਸੰਤ ਕਬੀਰ ਜੀ ਕਿਸ ਲਹਿਰ ਦੇ ਕਵੀ ਸਨ? ਭਗਤੀ ਲਹਿਰ ਦੇ, ਆਜ਼ਾਦੀ ਲਹਿਰ ਦੇ, ਪੰਜਾਬੀ ਸੂਬਾ ਲਹਿਰ ਦੇ ਜਾਂ ਸਿੰਘ ਸਭਾ ਲਹਿਰ ਦੇ। ਅਗਲਾ ਪ੍ਰਸ਼ਨ ਹੈ ਸਮੁੰਦਰੀ ਜਹਾਜ਼ਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿਹੜਾ ਹੈ? ਦਿੱਲੀ, ਵਿਸ਼ਾਖਾਪਟਨਮ, ਜੈਪੁਰ, ਚੰਡੀਗੜ੍ਹ। ਅਗਲਾ ਪ੍ਰਸ਼ਨ ਹੈ ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ? ਮਣੀਪੁਰ, ਗੁਜਰਾਤ, ਮਹਾਰਾਸ਼ਟਰ, ਨਾਗਾਲੈਂਡ। ਬਿੰਦੂ -5 ਅਤੇ -9 ਕਿਸ ਚੌਥਾਈ ਵਿੱਚ ਸਥਿਤ ਹਨ? ਇਸ ਦਾ ਉੱਤਰ ਚੌਥੀ ਚੌਥਾਈ, ਤੀਜੀ ਚੌਥਾਈ, ਦੂਜੀ ਚੌਥਾਈ ਜਾਂ ਪਹਿਲੀ ਚੌਥਾਈ। ਅਗਲਾ ਪ੍ਰਸ਼ਨ ਹੈ ਵਹੀਕਲਾਂ ਦੇ ਟਾਇਰ ਝੀਰੀਦਾਰ ਕਿਉਂ ਬਣਾਏ ਜਾਂਦੇ ਹਨ? ਟਾਇਰ ਸੋਹਣੇ ਬਣਾਉਣ ਲਈ, ਰਗੜ ਵਧਾਉਣ ਲਈ, ਤੇਲ ਦੀ ਖਪਤ ਘੱਟ ਕਰਨ ਲਈ ਜਾਂ ਰਗੜ ਘੱਟ ਕਰਨ ਲਈ। ਹੁਣ ਨਾਲ ਹੀ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਸਨੇ ਕ੍ਰਿਕਟ ਮਾਈ ਸਟਾਈਲ ਕਿਤਾਬ ਲਿਖੀ? ਸੁਨੀਲ ਗਵਾਸਕਰ, ਅਨਿਲ ਕੁੰਬਲੇ, ਕਪਿਲ ਦੇਵ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ, ਕਿਹੜਾ ਉੱਤਰ ਚਿੱਤਰ ਪ੍ਰਸ਼ਨ ਚਿੱਤਰ ਵਿੱਚ ਦਿੱਤੀ ਗਈ ਤਰਤੀਬ ਨੂੰ ਪੂਰਾ ਕਰੇਗਾ? ਸੋ ਤਰਤੀਬ ਨੂੰ ਪੂਰਾ ਕਰਨ ਵਾਲਾ ਚਿੱਤਰ ਤੁਸੀਂ ਦੱਸਣਾ ਹੈ ਕਿ ਊੜਾ, ਐੜਾ, ਈੜੀ ਜਾਂ ਸੱਸੇ ਵਿੱਚੋਂ ਕਿਹੜਾ ਹੈ। ਹੁਣ 253ਵੇਂ ਪ੍ਰਸ਼ਨ 'ਤੇ ਚੱਲਦੇ ਹਾਂ। ਸੂਰਜ ਦੀਆਂ ਕਿਰਨਾਂ ਤੋਂ ਕਿਹੜਾ ਵਿਟਾਮਿਨ ਪ੍ਰਾਪਤ ਹੁੰਦਾ ਹੈ? ਵਿਟਾਮਿਨ A, C, D ਜਾਂ K। ਅਗਲਾ ਪ੍ਰਸ਼ਨ, ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 12 ਸਮ ਅਤੇ 14 ਸਮ ਹਨ। ਇਸ ਤ੍ਰਿਭੁਜ ਦਾ ਪਰਿਮਾਪ 36 ਸਮ ਹੈ। ਤੀਸਰੀ ਭੁਜਾ ਦੀ ਲੰਬਾਈ ਪਤਾ ਕਰੋ। 18 ਸਮ, 26 ਸਮ, 10 ਸਮ ਜਾਂ 20 ਸਮ। ਉਸਤਾਦ ਬਿਸਮਿਲ੍ਹਾ ਖਾਂ ਦਾ ਨਾਂ ਕਿਸ ਸਾਜ਼ ਨਾਲ ਜੁੜਿਆ ਹੋਇਆ ਹੈ? ਤਬਲੇ ਨਾਲ, ਸਰੋਦ ਨਾਲ, ਬੰਸਰੀ ਨਾਲ ਜਾਂ ਸ਼ਹਿਨਾਈ ਨਾਲ। ਉਸਤਾਦ ਬਿਸਮਿਲ੍ਹਾ ਖਾਂ ਦਾ ਨਾਮ ਕਿਸ ਸਾਜ਼ ਨਾਲ ਜੁੜਿਆ ਹੋਇਆ ਹੈ? ਹੁਣ ਅਗਲਾ ਪ੍ਰਸ਼ਨ ਹੈ ਕਿ ਇਹਨਾਂ ਵਿੱਚੋਂ ਕਿਹੜੀ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ? ਥਾਇਰਾਇਡ, ਜਿਗਰ, ਕਿਡਨੀ ਜਾਂ ਪੈਨਕ੍ਰੀਅਸ। ਅਗਲਾ ਪ੍ਰਸ਼ਨ, ਅਧਿਆਪਕ ਦਿਵਸ ਕਿਸ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ? ਜਵਾਹਰ ਲਾਲ ਨਹਿਰੂ, S ਰਾਧਾ ਕ੍ਰਿਸ਼ਨਨ, ਇੰਦਰਾ ਗਾਂਧੀ ਜਾਂ ਮਹਾਤਮਾ ਗਾਂਧੀ। ਅਗਲਾ ਪ੍ਰਸ਼ਨ, ਘਣਾਵ ਦਾ ਆਇਤਨ। ਸੋ ਵੋਲਿਊਮ ਆਫ ਕਿਊਬੋਇਡ ਦੱਸਣਾ ਹੈ। ਇਸ ਦੇ ਵਿੱਚ ਲੰਬਾਈ, ਚੌੜਾਈ, ਉਚਾਈ, ਲੰਬਾਈ ਗੁਣਾ ਚੌੜਾਈ, 2 ਅੰਡਰ ਬ੍ਰੈਕਟ ਲੰਬਾਈ ਪਲੱਸ ਚੌੜਾਈ। ਚੌਥੀ ਆਪਸ਼ਨ ਹੈ 4 ਗੁਣਾ ਭੁਜਾ। ਸੋ ਇਸ ਵਿੱਚੋਂ ਵੋਲਿਊਮ ਆਫ ਕਿਊਬੋਇਡ ਦੱਸਣਾ ਹੈ ਤੁਸੀਂ। ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਰਮੇਸ਼ ਦੇ ਘੁੰਘਰਾਲੇ ਵਾਲ ਆਪਣੀ ਮਾਤਾ ਜੀ ਨਾਲ ਮਿਲਦੇ ਹਨ, ਉਸ ਦੀਆਂ ਪੂਰੀਆਂ ਅੱਖਾਂ ਆਪਣੇ ਪਿਤਾ ਜੀ ਨਾਲ ਮਿਲਦੀਆਂ ਹਨ। ਇਹਨਾਂ ਲੱਛਣਾਂ ਦਾ ਕੀ ਕਾਰਨ ਹੈ? ਵਾਤਾਵਰਣੀ ਕਾਰਨ, ਸੈਲੀ ਕਿਰਿਆਵਾਂ, ਜਣਕਾਂ ਦੇ ਸੰਯੋਗ ਨਾਲ ਜਾਂ ਕੋਈ ਨਹੀਂ। ਅਗਲਾ ਪ੍ਰਸ਼ਨ ਹੈ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ? ਵਾਟ ਆਰ ਦਾ ਕੋਆਰਡੀਨੇਟ ਆਫ ਓਰੀਜਨ? 1 1 0 0 1 0 0 1। ਕਿਹੜਾ ਸਮਾਂ ਮਨੁੱਖ ਦੇ ਹੱਥ ਵਿੱਚ ਹੈ? ਭੂਤਕਾਲ, ਵਰਤਮਾਨ, ਭਵਿੱਖ ਜਾਂ ਕੋਈ ਨਹੀਂ।
ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਪੌਣ ਚੱਕੀ ਦੀ ਕੁਸ਼ਲਤਾ ਲਈ ਹਵਾ ਦੀ ਘੱਟ ਤੋਂ ਘੱਟ ਗਤੀ ਕਿੰਨੀ ਹੋਣੀ ਚਾਹੀਦੀ ਹੈ? 10 ਕਿਲੋਮੀਟਰ ਪ੍ਰਤੀ ਘੰਟਾ, 20 ਕਿਲੋਮੀਟਰ ਪ੍ਰਤੀ ਘੰਟਾ, 15 ਕਿਲੋਮੀਟਰ ਪ੍ਰਤੀ ਘੰਟਾ ਜਾਂ 30 ਕਿਲੋਮੀਟਰ ਪ੍ਰਤੀ ਘੰਟਾ। ਸੋ ਪੌਣ ਚੱਕੀ ਦੀ ਕੁਸ਼ਲਤਾ ਲਈ ਹਵਾ ਦੀ ਘੱਟੋ ਘੱਟ ਗਤੀ ਕਿੰਨੀ ਹੋਣੀ ਚਾਹੀਦੀ ਹੈ? ਸੋ 263ਵੇਂ ਪ੍ਰਸ਼ਨ ਤੇ ਚਲੀਏ ਹੁਣ। ਇੱਕ ਘਾਤ ਵਾਲੇ ਬਹੁਪਦ ਨੂੰ ਡੈਸ਼ ਕਿਹਾ ਜਾਂਦਾ ਹੈ? ਇੱਕ ਪਦੀ ਬਹੁਪਦ, ਦੋ ਘਾਤੀ ਬਹੁਪਦ, ਅਚਲ ਸੰਖਿਆ, ਰੇਖੀ ਬਹੁਪਦ। ਇੱਕ ਘਾਤ ਵਾਲੇ ਬਹੁਪਦ ਨੂੰ ਕੀ ਕਿਹਾ ਜਾਂਦਾ ਹੈ? ਅਗਲਾ ਪ੍ਰਸ਼ਨ, ਕੰਟਰੋਲ, ਸ਼ਿਫਟ ਅਤੇ ਅਲਟ ਨੂੰ ਕਿਹੜੀਆਂ ਚੀਜ਼ਾਂ ਕਹਿੰਦੇ ਹਨ? ਐਡਜਸਟਮੈਂਟ ਕੀਜ਼, ਅਲਫਾਨੂਮੈਰਿਕ ਕੀਜ਼, ਫੰਕਸ਼ਨਲ ਕੀਜ਼, ਮੋਡੀਫਾਇਰ ਕੀਜ਼। ਨੈਕਸਟ ਕੁਐਸਚਨ, ਵਾਈਟ ਹਾਊਸ ਕਿਸ ਦੇਸ਼ ਦੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ? ਇੰਗਲੈਂਡ, ਭਾਰਤ, ਅਮਰੀਕਾ ਜਾਂ ਆਸਟ੍ਰੇਲੀਆ। ਅਗਲਾ ਪ੍ਰਸ਼ਨ, ਜੇਕਰ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਉਹ ਡੈਸ਼ ਅਖਵਾਉਂਦੇ ਹਨ? ਸੰਪੂਰਕ ਕੋਣ, ਇਕਾਂਤਰ ਕੋਣ, ਸਿਖਰ ਸਨਮੁਖ ਕੋਣ ਜਾਂ ਪੂਰਕ ਕੋਣ। ਹੁਣ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਸੂਰਜੀ ਪਰਿਵਾਰ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ? ਬੁੱਧ, ਸ਼ੁੱਕਰ, ਮੰਗਲ ਜਾਂ ਸ਼ਨੀ। ਸੂਰਜੀ ਪਰਿਵਾਰ ਦਾ ਸਭ ਤੋਂ ਗਰਮ ਗ੍ਰਹਿ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਚਮਕੀਲੀ ਹੈ? ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਚਮਕੀਲੀ ਹੈ? ਸਲਫਰ, ਆਕਸੀਜਨ, ਨਾਈਟ੍ਰੋਜਨ ਜਾਂ ਆਇਓਡੀਨ। ਅਗਲਾ ਪ੍ਰਸ਼ਨ, ਚੱਕਰ ਦੇ ਕਿਸੇ ਇੱਕ ਬਿੰਦੂ 'ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ? 1, 2, ਕੋਈ ਨਹੀਂ ਜਾਂ ਅਣਗਿਣਤ। ਅਗਲਾ ਪ੍ਰਸ਼ਨ, ਕੀਬੋਰਡ ਉੱਪਰ ਸਭ ਤੋਂ ਲੰਬੀ ਕੀ ਕਿਹੜੀ ਹੈ? ਸ਼ਿਫਟ, ਐਂਟਰ, ਸਪੇਸ ਬਾਰ, ਟੈਪ। ਅਗਲੇ ਪ੍ਰਸ਼ਨ ਤੇ ਚੱਲੀਏ। ਮਲੇਰੀਆ ਕਿਸ ਰਾਹੀਂ ਫੈਲਦਾ ਹੈ? ਵਾਇਰਸ, ਪ੍ਰੋਟੋਜੋਆ, ਐਲਗੀ, ਬੈਕਟੀਰੀਆ। ਅਗਲਾ ਪ੍ਰਸ਼ਨ, ਹੇਠ ਲਿਖੀਆਂ ਸੰਭਾਵਨਾਵਾਂ ਵਿੱਚੋਂ ਕਿਹੜੀ ਸੰਭਵ ਨਹੀਂ ਹੈ? The probability that cannot exist among the following: 2/3, -1.5, 15%, 0.7। ਨੈਕਸਟ ਕੁਐਸਚਨ, ਲਾਲ ਰਕਤਾਣੂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? 130 ਦਿਨ, 110 ਦਿਨ, 100 ਦਿਨ ਜਾਂ 120 ਦਿਨ। ਅਗਲਾ ਪ੍ਰਸ਼ਨ, ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਹੈ? ਵਿਟਾਮਿਨ B1, ਵਿਟਾਮਿਨ B2, ਵਿਟਾਮਿਨ B6, ਵਿਟਾਮਿਨ B12। ਅਗਲਾ ਪ੍ਰਸ਼ਨ ਹੈ, ਛੱਤਬੀੜ ਚਿੜੀਆ ਘਰ ਕਿੱਥੇ ਹੈ? ਪਟਿਆਲਾ, ਸੰਗਰੂਰ, ਮੋਹਾਲੀ ਜਾਂ ਰੂਪਨਗਰ। ਅਗਲਾ ਪ੍ਰਸ਼ਨ ਹੈ, ਦੋ ਲਗਾਤਾਰ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਮਸਵ ਡੈਸ਼ ਹੁੰਦਾ ਹੈ? 0, 0, 1, 0, 1, ਦੋਵਾਂ ਦਾ ਗੁਣਨਫਲ, ਦੋਵਾਂ ਦਾ ਜੋੜ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਧਰੁਵ ਤਾਰਾ ਕਿਸ ਦਿਸ਼ਾ ਵੱਲ ਸੰਕੇਤ ਕਰਦਾ ਹੈ? ਉੱਤਰ, ਦੱਖਣ, ਪੂਰਬ ਜਾਂ ਪੱਛਮ। ਅਗਲਾ ਪ੍ਰਸ਼ਨ, ਹੁਣ ਇੱਕ ਪੈਰਾਗ੍ਰਾਫ ਦਿੱਤਾ ਗਿਆ ਹੈ। ਇਸ ਦੇ ਆਧਾਰ 'ਤੇ ਤੁਸੀਂ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਸੋ ਪੈਰਾਗ੍ਰਾਫ ਪੜ੍ਹਦੇ ਹਾਂ। In 1930, Percival Lowell was looking through his telescope in Arizona. He found a distant object orbiting the sun. That object became the 9th planet in our solar system. It was given the name of Pluto. Pluto was the Roman god. Pluto is much smaller than our moon. Scientists have discovered several other objects like it in the solar system. They have changed the meaning of what a planet is because of those discoveries. Pluto's life as a planet came to an end. Why did Lowell think that he had discovered a new planet? He loved Roman myth. It orbited the sun. It had been hard to find. It was so far away. Next question is, why Pluto is called no longer a planet? It doesn't orbit the sun. It has only 4 moons. It is too small. It is too far from the sun. Next question. ਰੋਪੜ ਵਿੱਚ ਕਿਹੜੀ ਪੰਜਾਬੀ ਉਪਬੋਲੀ ਵਰਤੀ ਜਾਂਦੀ ਹੈ? ਮਲਵਈ, ਸ਼ਾਹਪੁਰੀ, ਦੁਆਬੀ ਜਾਂ ਪੁਆਧੀ। ਹੁਣ ਨਾਲ ਹੀ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਇਹ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਦੀ ਤਸਵੀਰ ਹੈ? ਸਾਇਨਾ ਨੇਹਵਾਲ, PV ਸਿੰਧੂ, ਜਵਾਲਾ ਗੁਟਾ, ਅਸ਼ਵਨੀ ਪੋਨੱਪਾ। ਸੋ ਇਹ ਸੀ ਹੁਣ ਦੇ
40 ਪ੍ਰਸ਼ਨ। ਉਮੀਦ ਹੈ ਤੁਸੀਂ ਇਹਨਾਂ ਦੇ ਉੱਤਰ ਆਪਣੀਆਂ ਕਾਪੀਆਂ 'ਤੇ ਲਿਖ ਲਏ ਹੋਣਗੇ। ਸੋ ਆਓ ਹੁਣ ਇਹਨਾਂ ਦੇ ਉੱਤਰ ਚੈੱਕ ਕਰਦੇ ਹਾਂ। ਸੋ ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਤੁਸੀਂ ਸਾਨੂੰ ਸਹੀ ਉੱਤਰ ਭਾਵ ਕਿ 40 ਵਿੱਚੋਂ ਤੁਸੀਂ ਕਿੰਨੇ ਅੰਕ ਪ੍ਰਾਪਤ ਕੀਤੇ ਹਨ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਣਾ ਹੈ। ਸੋ ਆਓ ਹੁਣ ਆਪਣੇ ਉੱਤਰ ਚੈੱਕ ਕਰੀਏ। ਪ੍ਰਸ਼ਨ 242ਵਾਂ, ਨਿਮਨਲਿਖਤ ਵਿੱਚੋਂ ਕਿਹੜੇ ਰਾਜ ਵਿੱਚ ਵੂਲਰ ਝੀਲ ਸਥਿਤ ਹੈ? ਉੱਤਰ ਹੈ ਜੰਮੂ ਕਸ਼ਮੀਰ। ਹੇਠ ਲਿਖਿਆਂ ਵਿੱਚੋਂ ਕਿਹੜਾ ਬਨਾਵਟੀ ਰੇਸ਼ਾ ਹੈ? ਨਾਇਲੌਨ। ਅਗਲਾ ਪ੍ਰਸ਼ਨ, ਬੋਨ ਟੀਬੀਆ ਮਨੁੱਖੀ ਸਰੀਰ ਵਿੱਚ ਲੱਤ ਵਿੱਚ ਸਥਿਤ ਹੁੰਦਾ ਹੈ। ਕੋਣ ਐਕਸ ਦਾ ਮੁੱਲ 110 ਡਿਗਰੀ ਹੈ। ਅਗਲਾ ਪ੍ਰਸ਼ਨ ਹੈ, ਸੰਤ ਕਬੀਰ ਜੀ ਕਿਸ ਲਹਿਰ ਦੇ ਕਵੀ ਸਨ? ਉੱਤਰ ਹੈ ਭਗਤੀ ਲਹਿਰ ਦੇ। ਸਮੁੰਦਰੀ ਜਹਾਜ਼ਾਂ ਦਾ ਪ੍ਰਮੁੱਖ ਨਿਰਮਾਣ ਕੇਂਦਰ ਕਿਹੜਾ ਹੈ? ਉੱਤਰ ਹੈ ਵਿਸ਼ਾਖਾਪਟਨਮ। ਅਗਲਾ ਪ੍ਰਸ਼ਨ ਹੈ, ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ? ਇਸ ਦਾ ਉੱਤਰ ਹੈ ਗੁਜਰਾਤ। ਬਿੰਦੂ -5 ਅਤੇ -9 ਕਿਸ ਚੌਥਾਈ ਵਿੱਚ ਸਥਿਤ ਹਨ? ਉੱਤਰ ਹੈ ਤੀਜੀ ਚੌਥਾਈ ਵਿੱਚ। ਅਗਲਾ ਹੈ, ਵਹੀਕਲਾਂ ਦੇ ਟਾਇਰ ਝੀਰੀਦਾਰ ਕਿਉਂ ਬਣਾਏ ਜਾਂਦੇ ਹਨ? ਰਗੜ ਵਧਾਉਣ ਦੇ ਲਈ। ਹੇਠ ਲਿਖਿਆਂ ਵਿੱਚੋਂ ਕਿਸ ਨੇ ਕ੍ਰਿਕਟ ਮਾਈ ਸਟਾਈਲ ਕਿਤਾਬ ਲਿਖੀ? ਉੱਤਰ ਹੈ ਕਪਿਲ ਦੇਵ ਨੇ। ਅਗਲਾ ਪ੍ਰਸ਼ਨ ਹੈ, ਕਿਹੜਾ ਉੱਤਰ ਚਿੱਤਰ ਪ੍ਰਸ਼ਨ ਚਿੱਤਰ ਵਿੱਚ ਦਿੱਤੀ ਗਈ ਤਰਤੀਬ ਨੂੰ ਪੂਰਾ ਕਰਦਾ ਹੈ? ਉੱਤਰ ਹੈ ਈੜੀ ਭਾਗ। ਸੂਰਜ ਦੀਆਂ ਕਿਰਨਾਂ ਤੋਂ ਕਿਹੜਾ ਵਿਟਾਮਿਨ ਪ੍ਰਾਪਤ ਹੁੰਦਾ ਹੈ? ਵਿਟਾਮਿਨ ਡੀ। ਅਗਲਾ ਪ੍ਰਸ਼ਨ ਹੈ, ਇੱਕ ਤ੍ਰਿਭੁਜ ਦੀਆਂ ਦੋ ਭੁਜਾਵਾਂ 12 ਸਮ ਅਤੇ 14 ਸਮ ਹਨ। ਇਸ ਤ੍ਰਿਭੁਜ ਦਾ ਪਰਿਮਾਪ 36 ਸਮ ਹੈ। ਤੀਸਰੀ ਭੁਜਾ ਦੀ ਲੰਬਾਈ ਦੱਸੋ। ਉੱਤਰ ਹੈ 10 ਸਮ। ਉਸਤਾਦ ਬਿਸਮਿਲ੍ਹਾ ਖਾਂ ਦਾ ਨਾਂ ਕਿਸ ਸਾਜ਼ ਨਾਲ ਜੁੜਿਆ ਹੋਇਆ ਹੈ? ਸਾਜ਼ ਦਾ ਨਾਮ ਹੈ ਸ਼ਹਿਨਾਈ। ਪ੍ਰਸ਼ਨ, ਇਹਨਾਂ ਵਿੱਚੋਂ ਕਿਹੜੀ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ? ਉੱਤਰ ਹੈ ਜਿਗਰ। ਅਧਿਆਪਕ ਦਿਵਸ ਕਿਸ ਦੇ ਜਨਮ ਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ? ਇਸ ਦਾ ਉੱਤਰ ਹੈ ਐਸ ਰਾਧਾ ਕ੍ਰਿਸ਼ਨਨ। ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਘਣਾਵ ਦਾ ਆਇਤਨ, ਸੋ ਵੋਲਿਊਮ ਆਫ ਕਿਊਬੋਇਡ ਦੱਸਣਾ ਸੀ। ਇਸ ਦਾ ਉੱਤਰ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, ਸੋ ਊੜਾ ਭਾਗ ਇਸ ਦਾ ਉੱਤਰ ਹੈ। ਅਗਲਾ ਪ੍ਰਸ਼ਨ ਸੀ ਕਿ ਰਮੇਸ਼ ਦੇ ਘੁੰਘਰਾਲੇ ਵਾਲ ਆਪਣੀ ਮਾਤਾ ਜੀ ਨਾਲ ਮਿਲਦੇ ਹਨ, ਉਸ ਦੀਆਂ ਪੂਰੀਆਂ ਅੱਖਾਂ ਆਪਣੇ ਪਿਤਾ ਜੀ ਨਾਲ ਮਿਲਦੀਆਂ ਹਨ। ਇਹਨਾਂ ਲੱਛਣਾਂ ਦਾ ਕੀ ਕਾਰਨ ਹੈ? ਸੋ ਇਹਨਾਂ ਲੱਛਣਾਂ ਦਾ ਕਾਰਨ ਹੈ ਜਣਕਾਂ ਦੇ ਸਹਿਯੋਗ ਨਾਲ, ਮਤਲਬ ਕਿ ਬਾਏ ਜੀਨਸ ਇਹ ਕੁਝ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਮੂਲ ਬਿੰਦੂ ਦੇ ਨਿਰਦੇਸ਼ਕ ਅੰਕ ਕੀ ਹੁੰਦੇ ਹਨ? ਸੋ ਮੂਲ ਬਿੰਦੂ ਦੇ ਨਿਰਦੇਸ਼ਕ ਅੰਕ 0 ਅਤੇ 0 ਹੁੰਦੇ ਹਨ। ਕਿਹੜਾ ਸਮਾਂ ਮਨੁੱਖ ਦੇ ਹੱਥ ਵਿੱਚ ਹੈ? ਵਰਤਮਾਨ ਸਮਾਂ ਮਨੁੱਖ ਦੇ ਹੱਥ ਵਿੱਚ ਹੈ। ਅਗਲਾ ਪ੍ਰਸ਼ਨ ਹੈ, ਪੌਣ ਚੱਕੀ ਦੀ ਕੁਸ਼ਲਤਾ ਲਈ ਹਵਾ ਦੀ ਘੱਟ ਤੋਂ ਘੱਟ ਗਤੀ ਕਿੰਨੀ ਹੋਣੀ ਚਾਹੀਦੀ ਹੈ? ਉੱਤਰ ਹੈ 15 ਕਿਲੋਮੀਟਰ ਪ੍ਰਤੀ ਘੰਟਾ। ਅਗਲਾ ਪ੍ਰਸ਼ਨ ਹੈ, ਇੱਕ ਘਾਤ ਵਾਲੇ ਬਹੁਪਦ ਨੂੰ ਰੇਖੀ ਬਹੁਪਦ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਕੰਟਰੋਲ ਸ਼ਿਫਟ ਅਤੇ ਅਲਟ ਨੂੰ ਕਿਹੜੀਆਂ ਕੀਜ਼ ਕਿਹਾ ਜਾਂਦਾ ਹੈ? ਉੱਤਰ ਹੈ ਫੰਕਸ਼ਨਲ ਕੀਜ਼। ਇਹਨਾਂ ਨੂੰ ਫੰਕਸ਼ਨ ਕੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਵਾਈਟ ਹਾਊਸ ਕਿਸ ਦੇਸ਼ ਦੇ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਹੈ? ਉੱਤਰ ਹੈ ਅਮਰੀਕਾ। ਅਗਲਾ ਪ੍ਰਸ਼ਨ ਹੈ ਕਿ ਜੇਕਰ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਉਹ ਪੂਰਕ ਕੋਣ ਅਖਵਾਉਂਦੇ ਹਨ। ਸੂਰਜੀ ਪਰਿਵਾਰ ਦਾ ਸਭ ਤੋਂ ਗਰਮ ਗ੍ਰਹਿ ਸ਼ੁੱਕਰ ਗ੍ਰਹਿ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਚਮਕੀਲੀ ਹੈ? ਉੱਤਰ ਹੈ ਆਇਓਡੀਨ। ਚੱਕਰ ਦੇ ਕਿਸੇ ਇੱਕ ਬਿੰਦੂ 'ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ? ਉੱਤਰ ਹੈ 1। ਹੁਣ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਕੀਬੋਰਡ ਉੱਪਰ ਸਭ ਤੋਂ ਲੰਬੀ ਕੀ ਕਿਹੜੀ ਹੁੰਦੀ ਹੈ? ਉੱਤਰ ਹੈ ਸਪੇਸ ਬਾਰ। ਮਲੇਰੀਆ ਕਿਸ ਰਾਹੀਂ ਫੈਲਦਾ ਹੈ? ਮਲੇਰੀਆ ਇਜ਼ ਕਾਜ਼ਡ ਬਾਏ ਪ੍ਰੋਟੋਜੋਆ। ਨੈਕਸਟ ਕੁਐਸਚਨ, ਹੇਠ ਲਿਖੀਆਂ ਸੰਭਾਵਨਾ ਵਿੱਚੋਂ ਕਿਹੜੀ ਸੰਭਵ ਨਹੀਂ ਹੈ? ਸੋ ਦ ਪ੍ਰੋਬੇਬਿਲਿਟੀ ਦੈਟ ਕੈਨ ਨਾਟ ਐਗਜ਼ਿਸਟ ਅਮੰਗ ਦ ਫੋਲੋਇੰਗ ਇਜ਼ -1.5। ਲਾਲ ਰਕਤਾਣੂ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? ਉੱਤਰ ਹੈ 120 ਦਿਨ। ਅਗਲਾ ਪ੍ਰਸ਼ਨ, ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਕਮੀ ਕਰਕੇ ਹੁੰਦਾ ਹੈ? ਇਹ ਰੋਗ ਵਿਟਾਮਿਨ B1 ਦੀ ਕਮੀ ਕਰਕੇ ਹੁੰਦਾ ਹੈ। ਹੁਣ 275ਵੇਂ ਕੁਐਸਚਨ 'ਤੇ ਚੱਲਦੇ ਹਾਂ। ਛੱਤਬੀੜ ਚਿੜੀਆ ਘਰ ਕਿੱਥੇ ਹੈ? ਇਸ ਦਾ ਉੱਤਰ ਹੈ ਮੋਹਾਲੀ। ਦੋ ਲਗਾਤਾਰ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਮਸਵ ਡੈਸ਼ ਹੁੰਦਾ ਹੈ। ਇਸ ਦਾ ਉੱਤਰ ਹੈ 1।
ਧਰੁਵ ਤਾਰਾ ਕਿਸ ਦਿਸ਼ਾ ਵੱਲ ਸੰਕੇਤ ਕਰਦਾ ਹੈ? ਉੱਤਰ ਹੈ ਉੱਤਰ ਦਿਸ਼ਾ ਵੱਲ। ਅਗਲਾ ਪ੍ਰਸ਼ਨ ਹੈ, ਤੁਸੀਂ ਇਹਦੇ ਵਿੱਚ 2 ਪ੍ਰਸ਼ਨਾਂ ਦੇ ਉੱਤਰ ਦੇਣੇ ਸੀ ਪੈਰੇ ਨੂੰ ਪੜ੍ਹ ਕੇ। ਸੋ ਪ੍ਰਸ਼ਨ ਸਨ, ਵਾਈ ਡਿਡ ਦ ਲਾਲ ਥਿੰਕ ਦੈਟ ਹੀ ਹੈਡ ਡਿਸਕਵਰਡ ਅ ਨਿਊ ਪਲੈਨਟ? ਸੋ ਆਂਸਰ ਇਜ਼ ਇਟ orbited the sun. Why Pluto is called no longer a planet? It is too small. ਹੁਣ ਅਗਲਾ ਪ੍ਰਸ਼ਨ ਹੈ, ਰੋਪੜ ਵਿੱਚ ਕਿਹੜੀ ਪੰਜਾਬੀ ਉਪਬੋਲੀ ਵਰਤੀ ਜਾਂਦੀ ਹੈ? ਇਸ ਦਾ ਉੱਤਰ ਹੈ ਪੁਆਧੀ ਉਪਬੋਲੀ ਰੋਪੜ ਵਿੱਚ ਬੋਲੀ ਜਾਂਦੀ ਹੈ। ਸੋ ਇਹ ਕਿਸ ਭਾਰਤੀ ਬੈਡਮਿੰਟਨ ਖਿਡਾਰੀ ਦੀ ਤਸਵੀਰ ਹੈ? ਉੱਤਰ ਹੈ PV ਸਿੰਧੂ। ਸੋ ਇਹ ਸੀ ਹੁਣ ਤੱਕ ਦੇ 40 ਪ੍ਰਸ਼ਨ ਅਤੇ ਉਹਨਾਂ ਦੇ ਉੱਤਰ। ਉਮੀਦ ਹੈ ਤੁਸੀਂ ਆਪਣੇ ਉੱਤਰ ਚੈੱਕ ਕਰ ਲਏ ਹੋਣਗੇ। ਜੇਕਰ ਤੁਸੀਂ ਉੱਤਰ ਚੈੱਕ ਕਰ ਲਏ ਹਨ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸੋ ਕਿ ਤੁਸੀਂ 40 ਵਿੱਚੋਂ ਕਿੰਨੇ ਅੰਕ ਪ੍ਰਾਪਤ ਕੀਤੇ ਹਨ। ਸੋ ਪਿਆਰੇ ਵਿਦਿਆਰਥੀਓ, ਇਹੋ ਜਿਹੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਰਹੇਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ, ਥੈਂਕਸ।